ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੇ ਕੇ ਚਰਤ ਹਿਰਦੈ ਤੁਮ ਧਾਰੋ, ਸੁਧ ਆਤਮੈ ਕਪਟ ਬਿਸਾਰੋ। ਤੇ ਕੇ ਚਰਤ ਹਿਰਦੈ ਤੁਮ ਧਾਰੋ, ਸੁਧ ਆਤਮੈ ਕਪਟ ਬਿਸਾਰੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਤਾ ਸਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮੰਨੈ ਗੁਰ ਸਿੱਖ, ਆਗਿਆ ਤਾਏ ਸਗਲ ਸੰਸਾਰ ਹੈ ਤਾਵੇ। ਸਤਿਗੁਰ ਸੇਵਾ ਪਾਏ ਪੂਜ ਕਰੈ ਗੁਰ ਸਿੱਖ, ਸਰਬ ਨਿਧਾਨ ਅਗਰਲੇ ਬੁਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਏ, ਤਾ ਕੀ ਸੀਖ ਸੁਨਤ ਪਰਮ ਪਦ ਪਾਵੇ। ਏਕੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨਿਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਗੁਰੂ ਬਾਬਾ ਜੀ ਜਿਸ ਥਾਂ 'ਤੇ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਨੇ ਮਥੁਰਾਪੁਰੀ ਨੂੰ ਆਪਣੇ ਚਰਨਾਂ ਦੇ ਨਾਲ ਬੜਾ ਇਹ ਸੁੰਦਰ ਬਣਾਇਆ। ਗੁਰੂ ਬਾਬਾ ਜੀ ਚਲਦਿਆਂ ਮਥੁਰਾਪੁਰੀ ਦੇ ਵਿੱਚ ਪਹੁੰਚੇ ਸੀ, ਪਰ ਜਦੋਂ ਮਹਾਰਾਜ ਨੇ ਐਸਾ ਅਰਬੀ ਬਾਣੀ ਦਾ ਸ਼ਬਦ ਉਚਾਰਨ ਕੀਤਾ, ਉਹਨਾਂ ਦੇ ਮਨ ਦੇ ਵਿੱਚ ਜੋ ਵੀ ਕਪਟ ਛਲ ਆਪਣੀ ਜ਼ਿੰਦਗੀ ਦੇ ਵਿੱਚ ਬ੍ਰਾਹਮਣਾਂ ਨੇ ਪਾਂਡਿਆਂ ਨੇ ਬੜੇ ਪਾਖੰਡ ਦਮ ਧਾਰਨ ਕੀਤੇ ਹੋਏ ਸੀ। ਜੋ ਵੀ ਇਸ ਥਾਂ 'ਤੇ ਵਸਣ ਵਾਲੇ ਲੋਕ, ਉਹ ਆਪਣੀਆਂ ਉਸ ਸਮੇਂ ਰਸਾਂ ਵੀ ਪਾਇਆ ਕਰਦੇ ਸੀ। ਲੋਕਾਂ ਨੂੰ ਨਿਰਤਕਾਰੀ ਦਿਖਾਉਣੀ ਭਗਵਾਨ ਕ੍ਰਿਸ਼ਨ ਜੀ ਦਾ, ਅਤੇ ਦੂਜਾ ਨੇ ਰਾਧਾ ਦਾ ਆਪਣਾ ਜਿਹੜਾ ਸੁਆਂਗ ਬਣਾ ਲੈਣਾ। ਪਬਲਿਕ ਬੜੀ ਇਕੱਠੀ ਹੋ ਜਾਂਦੀ ਇਹਨਾਂ ਦਾ ਤਮਾਸ਼ਾ ਦੇਖਣ ਵਾਸਤੇ, ਪਰ ਸੁਆਂਗ ਕਰਦਿਆਂ ਇਹੋ ਜਿਹੀ ਇਹਨਾਂ ਨੇ ਨਿਰਤਕਾਰੀ ਕਰਨੀ, ਜੋ ਵੀ ਰਾਧਾ ਔਰ ਭਗਵਾਨ ਕ੍ਰਿਸ਼ਨ ਜੀ ਦਾ ਸੁਆਂਗ ਉਸੇ ਤਰ੍ਹਾਂ ਦਾ ਬਾਣਾ ਸਰੀਰ ਦੇ ਉੱਪਰ ਧਾਰਨ ਕਰਦਿਆਂ ਹੋਇਆਂ ਵੀ
ਲੋਕਾਂ ਦੇ ਮਨਾਂ ਦੇ ਵਿੱਚ ਐਸੀ ਜਿਹੜੀ ਮੰਦ ਵਾਸਨਾ ਪੈਦਾ ਹੋ ਜਾਏ। ਇਹਨਾਂ ਦਾ ਮਨੋਰਥ ਇੱਕੋ ਇੱਕ ਵੀ ਇੱਥੇ ਤਮਾਸ਼ੇ ਦਿਖਾ ਕੇ ਬੜੀ ਮਾਇਆ, ਬੜਾ ਧਨ ਆਪਾਂ ਨੇ ਕਮਾ ਲੈਣਾ ਹੈ। ਭਾਵੇਂ ਸਰੀਰ ਦੇ ਉੱਪਰ ਤਾਂ ਪੇਕ ਉਸੇ ਤਰ੍ਹਾਂ ਦਾ ਬਣਾ ਲਿਆ, ਕੋਈ ਰਾਧਿਕਾ ਬਣ ਗਿਆ ਕਿਸੇ ਨੇ, ਭਗਵਾਨ ਕ੍ਰਿਸ਼ਨ ਜੀ ਦੇ ਸਮਾਨ ਜਿਸਮ ਦੇ ਉੱਪਰ ਆਪਣਾ ਬਾਣਾ ਪਾਇਆ ਹੋਇਆ ਸੀ, ਪਰ ਚੰਗੀ ਕਿਸੇ ਸਿੱਖਿਆ ਕਿਸੇ ਨੂੰ ਨਹੀਂ ਦੇਣੀ। ਇਹੋ ਜਿਹੀਆਂ ਰਾਸਾਂ ਪਾ ਕਰਕੇ ਲੋਕਾਂ ਨੂੰ ਬੜੇ ਭਰਮਾਂ ਦੇ ਵਿੱਚ ਹੀ ਪਾ ਦਿੰਦੇ ਸੀ। ਹੁਣ ਜਿਨ੍ਹਾਂ ਨੇ ਅੱਖੀਆਂ ਦੇ ਨਾਲ ਇਹੋ ਜਿਹੇ ਤਮਾਸ਼ੇ ਗਾਉਣ ਵਜਾਉਣ ਦੇਖਣੇ ਹਨ, ਖੁਸ਼ ਹੋ ਕੇ ਉਹ ਬੜੀ ਮਾਇਆ, ਬੜਾ ਧਨ ਇਹਨਾਂ ਦੇ ਅੱਗੇ ਅਰਪਣ ਕਰਿਆ ਕਰਦੇ ਸੀ। ਗੁਰੂ ਬਾਬਾ ਜੀ ਨੇ ਅਰਬੀ ਬਾਣੀ ਦੇ ਸ਼ਬਦਾਂ ਦੁਆਰਾ ਹੀ ਇਹਨਾਂ ਦਾ ਜੋ ਪਖੰਡ ਹੈ, ਜੋ ਵੀ ਸਵਾਂਗ ਇੱਕ ਦਿਖਾਵੇ ਮਾਤਰ ਸਰੀਰਾਂ ਦੇ ਉੱਪਰ ਧਾਰਨ ਕਰਦੇ ਨੇ, ਜ਼ਰੂਰ ਉੱਪਰ ਅਮਲ ਕੋਈ ਵੀ ਕਿਸੇ ਨੇ ਐਸਾ ਚੰਗਾ ਨਹੀਂ ਧਾਰਨ ਕੀਤਾ ਹੋਇਆ। ਸ਼ਬਦ ਸੁਣ ਕਰਕੇ ਬੜੇ ਲੋਕ ਗੁਰੂ ਬਾਬਾ ਜੀ ਦੇ ਪਾਸ ਚੱਲ ਕਰਕੇ ਜਦੋਂ ਪਹੁੰਚੇ, ਕਹਿਣ ਲੱਗੇ ਮਹਾਰਾਜ ਆਪ ਦੀ ਕਲਾਮ ਸੁਣ ਕਰਕੇ ਸਾਡੇ ਮਨਾਂ ਦੇ ਵਿੱਚ ਬੜੀ ਸ਼ਾਂਤੀ, ਚੈਨ, ਇੱਕ ਤਰ੍ਹਾਂ ਦਾ ਜਿਹੜਾ ਟਿਕਾ ਜਿਹਾ ਪੈਦਾ ਹੋ ਗਿਆ ਹੈ। ਅੱਗੇ ਵੀ ਅਸੀਂ ਆ ਜਿਹੜੀ ਦੇਵ ਬਾਣੀ ਨੂੰ ਸੁਣਦੇ ਤਾਂ ਰਹਿੰਦੇ ਆ ਕੰਨਾਂ ਦੇ ਨਾਲ, ਪਰ ਐਸਾ ਜਿਹੜਾ ਆਨੰਦ, ਇਹੋ ਜਿਹੀ ਜਿਹੜੀ ਇਕਾਗਰਤਾ ਕਦੇ ਵੀ ਸਾਡੇ ਹਿਰਦਿਆਂ ਦੇ ਅੰਦਰ ਪੈਦਾ ਹੋਈ ਨਹੀਂ। ਬਥੇਰੇ ਧਾਰਮਿਕ ਗ੍ਰੰਥ ਰੋਜ਼ ਦੀ ਰੋਜ਼ ਅਸੀਂ ਬਚਦੇ ਰਹਿੰਦੇ ਹਾਂ, ਪਰ ਜਿਹੜੀ ਇਕਾਗਰਤਾ, ਜਿਹੜਾ ਟਿਕਾ ਜਗਿਆਸੂ ਦੇ ਮਨ ਦੇ ਅੰਦਰ ਪੈਦਾ ਹੋਣਾ ਚਾਹੀਦਾ, ਉਹ ਇਕਾਗਰਤਾ ਟਿਕਾ ਤਾਂ ਕਦੇ ਆਇਆ ਹੀ ਨਹੀਂ ਨਾ। ਸਾਡੇ ਚਿੱਤ ਦੇ ਅੰਦਰ ਚੰਚਲਤਾ ਹੀ ਬਥੇਰੀ ਵੱਧ ਗਈ ਹੈ। ਵਿਦਿਆ ਨੂੰ ਪੜ੍ਹਦੇ ਆ ਗੁਰੂ ਬਾਬਾ ਜੀ ਨੇ ਇਹਨਾਂ ਦੀ ਬੇਨਤੀ ਨੂੰ ਸੁਣਦਿਆਂ ਹੋਇਆ ਇਸ ਸ਼ਬਦ ਦੇ ਜਿਹੜੇ ਅਰਥ ਵੀ ਕਰਕੇ ਸੁਣਾਏ ਸਨ। ਅਖੀਰ ਤੇ ਸਰਬਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜਾ ਤੁਹਾਡੇ ਅਵਤਾਰਾਂ ਨੇ ਔਰ ਰਿਸ਼ੀਆਂ ਮੁਨੀਆਂ ਨੇ ਸ਼ੁਭ ਮਾਰਗ ਦਰਸਾਇਆ ਹੋਇਆ, ਉਹਦੇ ਉੱਪਰ ਤਾਂ ਅਮਲ ਤਾਂ ਕੀਤਾ ਨਹੀਂ। ਸੁਆਗ ਬਥੇਰੇ ਰੋਜ਼ ਦੀ ਰੋਜ਼ ਕਰਕੇ ਲੋਕਾਂ ਨੂੰ ਦਿਖਾਈ ਜਾਂਦੇ ਹੋ। ਦਰਗਾਹ ਦੇ ਵਿੱਚ ਤਾਂ ਤੁਹਾਡੀ ਕਲਿਆਣ ਹੋਵੇਗੀ ਨਾ, ਜੇ ਆਪਣੇ ਗੁਰੂਆਂ ਦੇ ਅਵਤਾਰਾਂ ਦੇ ਦੱਸੇ ਹੋਏ ਸਿਧਾਂਤ ਨੂੰ ਜਿਨ੍ਹਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤਿਹ ਕੇ ਚਰਤ ਹਿਰਦੈ ਤੁਮ ਧਾਰੋ, ਤੇ ਕੇ ਚਰਤ ਹਿਰਦੈ ਤੁਮ ਧਾਰੋ, ਵੀ ਜਦੋਂ ਭਗਵਾਨ ਕ੍ਰਿਸ਼ਨ ਜੀ ਦੇ ਉਪਦੇਸ਼ ਨੂੰ ਤੁਸੀਂ ਮਨ ਦੇ ਵਿੱਚ ਧਾਰਨ ਕਰ ਲੈਣਾ। ਸੁਧ ਆਤਮੈ ਕਪਟ ਵਿਸਾਰੋ, ਸੁਧ ਆਤਮੈ
ਮਨ ਤੁਹਾਡਾ ਨਿਰਮਲ ਸ਼ੁੱਧ ਤਾਂ ਹੋਊ ਜੇ ਅੰਦਰੋਂ ਆ ਜਿਹੜੀ ਕਪਟ ਦੀ, ਛਲ ਦੀ, ਪਾਪਾਂ ਦੀ ਮੈਲ ਨੂੰ ਬਾਹਰ ਕੱਢਦੇ ਹੋਵੋਗੇ। ਭਵ ਬੰਧਨ ਮੈਂ ਦਿੜ ਜੇ ਬੰਧ ਹੋਏ। ਆ ਜਿਹੜੇ ਹੁਣ ਤੁਸੀਂ ਨਾ ਇਹ ਜਨਮ ਮਰਾਂ ਦੇ ਇਹੋ ਜਿਹੇ ਬੰਧਨਾਂ ਦੇ ਵਿੱਚ ਪੱਕੇ ਤੌਰ ਤੇ ਹੀ ਬੰਨੇ ਪਏ ਹੋ। ਛੂਟ ਹੈ ਤਿਨ ਹੈ ਤੀ ਹਰ ਆਰਾਧੀ। ਇਹਨਾਂ ਤੋਂ ਛੁਟਕਾਰਾ ਤਾਂ ਹੋਣਾ ਤੁਹਾਡਾ ਜੇ ਭਗਵਾਨ ਕ੍ਰਿਸ਼ਨ ਜੀ ਦੇ ਦੱਸੇ ਹੋਏ ਸਿਧਾਂਤ ਨੂੰ ਆਪਣੇ ਮਨ ਦੇ ਅੰਦਰ ਧਾਰਨ ਕਰ ਲਓਗੇ। ਕਲਮਲ ਕਰੋ ਅੰਤ ਦੁਖਦਾਈ। ਜੇ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਪਾਪਾਂ ਦੇ ਵਿੱਚ ਹੀ ਖੱਚਤ ਹੋ ਕੇ ਲੰਘ ਗਈ ਫਿਰ ਤਾਂ ਐਂਡ ਤੇ ਤੁਹਾਨੂੰ ਬੜੇ ਬੜੇ ਦੁੱਖ, ਬੜੇ ਬੜੇ ਘਾਟੀ ਭੋਗਣੇ ਪੈਣੇ ਹਨ। ਜਪੋ ਨਾਮ ਸਭ ਹੋਏ ਸਹਾਈ। ਸਤਿਗੁਰੂ ਜੀ ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਨੇ ਵੀ ਫੁੱਲੇ ਪੜ ਕੇ ਪ੍ਰਾਣੀਆਂ ਨੂੰ ਇੱਕ ਪ੍ਰਭੂ ਦੇ ਨਾਮ ਦੇ ਨਾਲ ਹੀ ਜੋੜਿਆ ਸੀ। ਜਿਨ੍ਹਾਂ ਨੇ ਮਨ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਵਸਾ ਲਿਆ ਉਹਨਾਂ ਦਾ ਭਗਵਾਨ ਕ੍ਰਿਸ਼ਨ ਜੀ ਕਿਤਨਾ ਆਪਣੇ ਵੱਲੋਂ ਮਾਣ ਸਤਿਕਾਰ ਵੀ ਕਰਿਆ ਕਰਦੇ ਸਨ। ਕਲ ਮਹਿ ਹਰ ਕੀਰਤ ਪ੍ਰਧਾਨਾ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਕਲਯੁਗ ਦੇ ਸਮੇਂ ਦੇ ਵਿੱਚ ਤਾਂ ਵਾਹਿਗੁਰੂ ਦੀ ਜਿਹੜੀ ਕੀਰਤੀ ਗਾਇਨ ਕਰਨੀ ਬਸ ਸਾਰਿਆਂ ਨਾਲੋਂ ਵੱਡਾ ਸਾਧਨ ਇਹੀ ਹੈ। ਅਪਰ ਨ ਜਾਣੋ ਇਸੇ ਸਮਾਨਾ। ਪਰਮਾਤਮਾ ਦੇ ਸਿਮਰਨ ਦੇ ਸਮਾਨ ਤਾਂ ਕੋਈ ਵੱਡਾ ਸਾਧਨ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਨਹੀਂ ਹੋ ਸਕਦਾ। ਭਗਤ ਕਰੋ ਸਭ ਹੀ ਸੁਖ ਪਾਵੋ। ਭਗਤ ਕਰੋ ਸਭ ਹੀ ਸੁਖ ਪਾਵੋ। ਭਗਤੀ ਕਰਦਿਆਂ ਕਰਦਿਆਂ ਤੁਹਾਨੂੰ ਆਪਣੇ ਆਪ ਹੀ ਲੋਕ ਔਰ ਪਰਲੋਕ ਦੇ ਜਿਹੜੇ ਸੁਖ ਪ੍ਰਾਪਤ ਹੋ ਜਾਣੇ ਹਨ। ਕਸ਼ਟ ਹੋਏ ਜੇ ਦੰਭ ਕਮਾਵੋ। ਜੇ ਇਸੇ ਤਰ੍ਹਾਂ ਪਾਖੰਡ ਔਰ ਦੰਭ ਧਾਰਨ ਕਰੋਗੇ ਫਿਰ ਦੁੱਖ ਦਾ ਤੁਹਾਡੇ ਸਾਹਮਣੇ ਆਪਣੇ ਆਪ ਹੀ ਆ ਕਰਕੇ ਪ੍ਰਗਟ ਹੋ ਜਾਣੇ ਹਨ। ਸਤ ਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋਂ ਜੁਗ ਤਿੰਨੋਂ ਧੜੇ ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਤਾਂ ਜੀਵਾਂ ਦੀ ਕਲਿਆਣ ਕਰਨ ਦੇ ਲਈ ਇੱਕੋ ਇੱਕ ਪਰਮਾਤਮਾ ਦਾ ਨਾਮ ਹੀ ਬੜਾ ਸਮਰੱਥ ਹੈ। ਦੋਹਰਾ ਦਇਆ ਸਦਨ ਕੇ ਬਦਨਤੀ ਬਚਨ ਸੁਨੇ ਗਤ ਦੇਨ। ਹੁਣ ਮੁਕਤੀ ਦੇਣ ਵਾਲੇ ਜਦੋਂ ਪ੍ਰਵਚਨ ਦਇਆ ਦੇ ਘਰ ਗੁਰੂ ਬਾਬਾ ਜੀ ਦੀ ਰਸਨਾ ਤੋਂ ਇਹਨਾਂ ਨੇ ਨੇੜੇ ਹੋ ਕੇ ਸੁਣ ਲਏ। ਹੁਣ ਸਤਿਗੁਰੂ ਜੀ ਦੇ ਤਾਂ ਬਚਨਾਂ ਦੇ ਵਿੱਚ ਹੀ ਬੜੀ ਤਾਕਤ ਹੈ ਨਾ, ਬੜੀ ਸ਼ਕਤੀ ਭਰੀ ਹੋਈ ਹੈ। ਜਿਨ੍ਹਾਂ ਨੇ ਕੰਨਾਂ ਦੇ ਨਾਲ ਸੁਣ ਲਏ ਸਮਝ ਲਓ ਵੀ ਉਹਨਾਂ ਦੇ ਹਿਰਦਿਆਂ ਨੂੰ ਗੁਰੂ ਬਾਬਾ ਜੀ ਦੇ ਬਚਨਾਂ ਨੇ ਨਾਲ ਦੀ ਨਾਲ ਕਾਟ ਵੀ ਕਰ ਦਿੱਤਾ ਹੈ। ਹਿਰਦੈ ਸੁਧ ਬੰਧਨ ਕਰਤ ਸਿੱਖ ਭਏ ਮਨ ਚੈਨ। ਦਰਸ਼ਨ ਕਰਨ ਦੇ ਨਾਲ ਹੀ ਸਾਰਿਆਂ ਦਾ ਮਨ ਬੜਾ ਸ਼ੁੱਧ ਜਦ ਹੋ ਗਿਆ। ਉਸ ਟਾਈਮ ਤੇ ਇਹਨਾਂ ਦੇ ਹਿਰਦੇ ਦੇ ਅੰਦਰ ਵੀ ਜਦੋਂ ਨਾ ਸ਼ਾਂਤੀ ਚੈਨ ਪੈਦਾ ਹੋਣ ਲੱਗ ਪਈ। ਸਾਰੀ ਯਾਤਰੂ ਜੋ ਵੀ ਮਥੁਰਾਪੁਰੀ ਦੇ ਵਿੱਚ ਰਹਿਣ ਵਾਲੇ ਪ੍ਰਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਬਾਰ-ਬਾਰ ਮੱਥੇ ਟੇਕਣ ਲੱਗ ਪਏ ਵੀ ਉਸੇ ਇਹੋ ਜਿਹਾ ਆਨੰਦ, ਇਹੋ ਜੀ ਸ਼ਾਂਤੀ ਤਾਂ ਸਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਨਹੀਂ ਹੋਈ ਹੈ। ਚੌਪਈ ਜਿਤੇ ਹੁਤੇ ਯਾਤਰੀ ਤੇ ਥਾਈ। ਯਾਤਰੀ ਜੋ ਵੀ ਮਥੁਰਾਪੁਰੀ ਦੇ ਵਿੱਚ ਬੜੇ ਹੋ ਜਾਏ ਦੂਰੋਂ ਦੂਰੋਂ ਮੁਸਾਫਰ ਦੀਦਾਰ ਕਰਨ ਦੇ ਲਈ ਪਹੁੰਚੇ ਹੋਏ ਸਨ। ਸੁਨ ਸਤਿਗੁਰ ਢਿਗ ਆਵਤ ਧਾਈ। ਸੁਣ ਸੁਣ ਕਰਕੇ ਇੱਕ ਦੂਜੇ ਤੋਂ ਗੁਰੂ ਬਾਬਾ ਜੀ ਦੀ ਮਹਿਮਾ ਵਡਿਆਈ ਦੂਰੋਂ ਦੂਰੋਂ ਬੜੇ ਜਿਹੜੇ ਯਾਤਰੀ ਗੁਰੂ ਬਾਬਾ ਜੀ ਦਾ ਦਰਸ਼ਨ ਕਰਨ ਦੇ ਲਈ ਉੱਥੇ ਹੀ ਪਹੁੰਚਣੇ ਸ਼ੁਰੂ ਹੋ ਗਏ।
ਬੰਧਨ ਕਰਹਿ ਉਪਾਇਨ ਧਰਕੈ। ਜ਼ਤਾ ਜੋਗ ਮਾਇਆ ਪਦਾਰਥਾਂ ਦੀ ਭੇਟਾ ਰੱਖ ਕੇ ਫਿਰ ਚਰਨਾਂ ਤੇ ਸਾਰੇ ਵਾਰ-ਵਾਰ ਨਮਸਕਾਰਾਂ ਕਰਨ ਲੱਗ ਪਏ। ਮਹਾਰਾਜ ਦਾ ਕਿਤਨਾ ਤੇਜ ਪ੍ਰਤਾਪ, ਜਿਹੜਾ ਵੀ ਇੱਕ ਵਾਰੀ ਨੇਤਰਾਂ ਦੇ ਨਾਲ ਦੀਦਾਰ ਕਰ ਲੈਂਦਾ, ਨਾਲ ਦੀ ਨਾਲ ਉਹਨਾਂ ਦੀਆਂ ਜਿਹੜੀਆਂ ਧੌਣਾਂ ਥੱਲੇ ਨੂੰ ਝੁਕ ਜਾਂਦੀਆਂ ਸੀ। ਬਿਨੈ ਭਨੈ ਮਹਾਪੁਰਖ ਵਿਚਰਕੈ। ਪਤਾ ਲੱਗ ਗਿਆ ਵੀ ਇਹ ਤਾਂ ਭਗਵਾਨ ਹੀ ਜੀਵਾਂ ਦੇ ਭਲੇ ਵਾਸਤੇ ਆ ਮਾਤਲੋ ਦੀ ਧਰਤੀ ਦੇ ਉੱਪਰ ਪ੍ਰਗਟ ਹੋ ਗਿਆ। ਸ੍ਰੀ ਗੁਰ ਸਭਨ ਦੇ ਉਪਦੇਸ਼ਾ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਪਰਮਾਰਥ ਬਚਨ ਸੁਣਾ ਕੇ ਹੀ ਉਹਨਾਂ ਦੇ ਮਨਾਂ ਦੇ ਅੰਦਰ ਆ ਜਿਹੜੀ ਗਿਆਨ ਦੀ ਰੋਸ਼ਨੀ ਪੈਦਾ ਕਰ ਦਿੰਦਾ ਹੈ। ਸਤਨਾਮ ਸਿਮਰੋ ਜਗਤੀਸ਼ਾ। ਵੀ ਜਿਹੜਾ ਜਗਤ ਦੇ ਈਸ਼ਰ ਦਾ ਸਤਨਾਮ ਵਾਹਿਗੁਰੂ ਮੰਤਰ ਹੈ। ਭਾਉ ਭਗਤ ਕਰੀਏ ਛਲ ਖੋਈ। ਛਲ ਖੋਏ ਗੁਰੂ ਬਾਬਾ ਜੀ ਕਹਿ ਲੱਗਿਆ ਜਿਹੜਾ ਪਾਖੰਡ ਹੈ ਨਾ, ਦੰਭ ਹੈ, 420 ਭੋਲੇ ਵਾਲੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਹੋ ਬੜੇ ਲੰਮੇ ਸਮੇਂ ਤੋਂ। ਇਹਦਾ ਫਿਰ ਤੁਹਾਨੂੰ ਬੁਰਾਈਆਂ ਬਾਹਰ ਕੱਢਣੀਆਂ ਪੈਣੀਆਂ ਹਨ। ਹਸ ਜੇ ਕਰੋ ਤੁਮਰੀ ਗਤ ਹੋਈ। ਜੇ ਇਹਨਾਂ ਬਚਨਾਂ ਨੂੰ ਮੰਨ ਲਵੋਗੇ ਫਿਰ ਤੁਹਾਡੀ ਇਹੋ ਜਿਹੀ ਜਿਹੜੀ ਸ਼ੋਭ ਗਤੀ ਹੋ ਜਾਣੀ ਹੈ। ਦਿਵਸ ਤੀਨ ਤਹ ਰਾਖਿਓ ਡੇਰਾ। 3 ਦਿਨ ਗੁਰੂ ਬਾਬਾ ਜੀ ਨੇ ਮਥੁਰਾਪੁਰੀ ਦੇ ਵਿੱਚ ਆਪਣੇ ਡੇਰਾ ਲਗਾ ਕਰਕੇ ਰੱਖਿਆ। ਗੋਕਲ ਹੈ ਔਰ ਬਿੰਦਰਾਵਨ, ਤਕਰੀਬਨ ਵੱਡੇ ਵੱਡੇ ਸ਼ਹਿਰ ਇੱਕ ਦੂਜੇ ਦੇ ਥੋੜ੍ਹੀ ਥੋੜ੍ਹੀ ਦੂਰੀ 'ਤੇ ਹੀ ਪੈਂਦੇ ਹਨ। ਕਰਕੇ ਮਰਦਨ ਦੰਭ ਕਨੇਰਾ। ਇਸ ਮਥੁਰਾਪੁਰੀ ਬਿੰਦਰਾਵਨ ਦੇ ਵਿੱਚੋਂ ਗੁਰੂ ਬਾਬਾ ਜੀ ਨੇ ਥਾਂ ਥਾਂ 'ਤੇ ਜਿਹੜਾ ਪਾਖੰਡ ਦੰਭ ਉਹਨੂੰ ਸਮਝ ਲਓ ਵੀ ਚਾਰੇ ਪਾਸਿਆਂ ਤੋਂ ਨਾਸ ਕਰ ਦਿੱਤਾ ਹੈ। ਆਗੇ ਗਮਨ ਕੀਨ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਜੀ ਨੇ ਦੇਖ ਲਿਆ ਵੀ ਇੱਥੇ ਆਉਣਾ। ਚਾਰੇ ਪਾਸੇ ਬਹੁਤ ਜ਼ਿਆਦਾ ਗੁਰ ਸਿੱਖੀ ਦਾ ਹੋ ਗਿਆ ਪ੍ਰਚਾਰ। ਅੱਗੇ ਤੋਂ ਅੱਗੇ ਹੋਰ ਉਹਨਾਂ ਨੇ ਆਪਣੇ ਆਪ ਹੀ ਨਾਮ ਔਰ ਬੰਦਗੀ ਦੀ ਜਿਹੜੀ ਵਡਿਆਈ ਆਪਣੇ ਮਨਾਂ ਦੇ ਵਿੱਚ ਧਾਰਨ ਕਰ ਲੈਣੀ ਹੈ। ਇਸ ਥਾਂ ਤੋਂ ਮਹਾਰਾਜ ਫਿਰ ਅੱਗੇ ਜਾਣ ਦੇ ਲਈ ਤਿਆਰ ਹੋ ਗਏ ਹਨ। ਜਾਹੇ ਅਨੇਕ ਉਧਾਰੇ ਪ੍ਰਾਨੀ। ਗੁਰੂ ਬਾਬਾ ਜੀ ਦੀ ਸੰਗਤ ਦੁਆਰਾ ਇਹ ਨਹੀਂ ਪਤਾ ਵੀ ਕਿਤਨੇ ਅਧਮ ਜੀਵਾਂ ਦਾ ਉਧਾਰ ਹੋਇਆ। ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ। ਜਿਹਨੇ ਵੀ ਦਰਸ਼ਨ ਕਰ ਲਿਆ ਇੱਕ ਦਫਾ, ਬਸ ਸਮਝ ਲਓ ਵੀ ਉਹਦੀ ਨਾਲ ਦੀ ਨਾਲ ਮਹਾਰਾਜ ਕਲਿਆਣ ਕਰ ਦਿੰਦੇ ਸਨ। ਦੋਹਰਾ ਕਰਤਿਓ ਬਚਨ ਬਿਲਾਸ ਕੋ ਦੁਖ ਨਾਸ਼ਕ ਸੁਖਦਾਈ। ਸੁੱਖਾਂ ਨੂੰ ਦੇਣ ਵਾਲੇ ਗੁਰੂ ਬਾਬਾ ਜੀ ਰਾਹ ਦੇ ਵਿੱਚ ਉਸੇ ਤਰ੍ਹਾਂ ਬੜੇ ਬਚਨ ਬਿਲਾਸਾਂ ਨੂੰ ਸੁਣਾਉਂਦੇ ਆ ਹੋਏ ਆ। ਨਗਰ ਅਯੁੱਧਿਆ ਜਹ ਹੁਤੋ ਛਿਨ ਮਹਿ ਪਹੁੰਚੇ ਆਈ। ਛਿਨ ਮੈਂ ਬਚਨ ਕਰਦਿਆਂ ਭਾਈ ਮਰਦਾਨਾ ਔਰ ਬਾਲਾ ਨੂੰ ਇਹੋ ਹੀ ਪਤਾ ਲੱਗਿਆ ਵੀ ਅਸੀਂ ਤਾਂ ਇੱਕ ਛਿਨ ਦੇ ਵਿੱਚ ਅਯੁੱਧਿਆ ਪੁਰੀ ਦੇ ਵਿੱਚ ਪਹੁੰਚ ਗਏ ਹਾਂ। ਜਿਸ ਅਯੁੱਧਿਆ ਪੁਰੀ ਦੇ ਵਿੱਚ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਮਹਾਰਾਜਾ ਦਸ਼ਰਥ ਦੇ ਮਹਿਲਾਂ ਦੇ ਵਿੱਚ ਪ੍ਰਗਟ ਹੋਏ ਸਨ। ਮਾਤਾ ਕੌਸ਼ਲਿਆ ਕਿਤਨੇ ਉਹਨਾਂ ਦੇ ਚੰਗੇ ਭਾਗ, ਜਿਨ੍ਹਾਂ ਦੀ ਕੁੱਖ ਤੋਂ ਵਿਸ਼ਨੂੰ ਭਗਵਾਨ ਜੀ ਨੇ ਜੀਵਾਂ ਦੇ ਭਲੇ ਵਾਸਤੇ ਅਵਤਾਰ ਧਾਰਨ ਕੀਤਾ ਸੀ। ਜਦੋਂ ਕਹਿੰਦੇ ਮਹਾਰਾਜਾ ਦਸ਼ਰਥ ਨੇ ਦੇਖ ਲਿਆ ਵੀ ਹੁਣ ਸ਼ਾਦੀ ਹੋਈ ਨੂੰ ਬੜਾ ਲੰਬਾ ਸਮਾਂ ਬਤੀਤ ਹੋ ਗਿਆ ਹੈ, ਅਜੇ ਤੱਕ
ਮਹਿਲਾਂ ਦੇ ਵਿੱਚ ਕੋਈ ਵੀ ਸਹਿਜਾਦਾ ਪ੍ਰਗਟ ਨਹੀਂ ਹੋਇਆ ਸੀ। ਮਾਤਾ ਕਸ਼ਲਿਆ ਕੈਕਾਈ ਇਹਨਾਂ ਦੀ ਕੁੱਖ ਤੋਂ ਲਹਿਦਾ ਲਹਿਦਾ ਸਹਿਜਾਦਿਆਂ ਨੇ ਟਾਈਮ ਪਾ ਕੇ ਜਨਮ ਧਾਰਨ ਕੀਤਾ ਸੀ। ਭਗਵਾਨ ਰਾਮਚੰਦਰ ਜੀ ਨੇ ਵੀ ਬੜੇ ਕੌਤਕ ਬਚਪਨ ਦੇ ਵਿੱਚ ਹੀ ਅਯੁੱਧਿਆਪੁਰੀ ਦੇ ਵਿੱਚ ਰਹਿੰਦਿਆਂ ਹੋਇਆਂ ਵਰਤਾਏ ਸਨ। ਵਿਸ਼ਿਸ਼ਟ ਮੁਨੀ ਜੀ ਦੁਆਰਾ ਇਹਨਾਂ ਨੇ ਫਿਰ ਜਦੋਂ ਪਤਾ ਲੱਗਿਆ ਵੀ ਰਾਜੇ ਜਨਕ ਨੇ ਆਪਣੀ ਸਹਿਜਾਦੀ ਦਾ ਜਿਹੜਾ ਵਿਵਾਹ ਕਰਨ ਵਾਸਤੇ ਜੋ ਵੀ ਉਹਨਾਂ ਸਮਿਆਂ ਦੇ ਵਿੱਚ ਸਵੰਬਰਾਂ ਦੀ ਮਰਜ਼ਾਦਾ ਹੋਇਆ ਕਰਦੀ ਸੀ। ਦਸ਼ਮੇਸ਼ ਪਿਤਾ ਨੇ ਵੀ ਬੜੇ ਐਸੇ ਬਚਨ ਲਿਖੇ ਹੋਏ ਹਨ ਜਿੱਥੇ 24 ਅਵਤਾਰਾਂ ਦੀ ਕਥਾ ਮਹਾਰਾਜ ਨੇ ਬੜੇ ਵਿਸਤਾਰ ਦੀ ਸਹਿਤ ਵਰਣਨ ਕੀਤੀ ਹੋਈ ਹੈ ਵੀ ਦੂਰੋਂ ਦੂਰੋਂ ਖਬਰ ਪਤਾ ਲੱਗਣ ਸਾਰੀ ਵੱਡੇ ਵੱਡੇ ਰਾਜਕੁਮਾਰ ਪਹੁੰਚ ਕੇ ਵੀ ਅਸੀਂ ਸੀਤਾ ਜੀ ਨੂੰ ਵਰ ਕੇ ਲੈ ਜਾਣਾ। ਪਰ ਜਦੋਂ ਵਿਸ਼ਿਸ਼ਟ ਮੁਨੀ ਜੀ ਇਹ ਵੀ ਭਗਵਾਨ ਰਾਮਚੰਦਰ ਜੀ ਲక్ష్మణ ਜੀ ਦੇ ਸਮੇਤ ਚਲਦਿਆਂ ਚਲਦਿਆਂ ਮਹਾਰਾਜਾ ਜਨਕ ਦੇ ਪਾਸ ਪਹੁੰਚੇ। ਜੋ ਵੀ ਉਹਨਾਂ ਨੇ ਆਪਣੀ ਸ਼ਰਤ ਸ਼ਿਵ ਜੀ ਦਾ ਬਹੁਤ ਵੱਡਾ ਧਨੁਸ਼ ਰੱਖਿਆ ਹੋਇਆ ਸੀ ਵੀ ਜਿਹੜਾ ਇਹਦਾ ਜਿੱਲਾ ਚਾੜ ਦੂ ਉਹਦੇ ਗਲ ਦੇ ਵਿੱਚ ਸੀਤਾ ਜੀ ਨੇ ਆ ਫੁੱਲਾਂ ਦੀ ਜਿਹੜੀ ਮਾਲਾ ਪਹਿਨਾ ਦੇਣੀ ਹੈ। ਬਥੇਰਿਆਂ ਨੇ ਜ਼ੋਰ ਲਾਇਆ ਪਰ ਸਫਲਤਾ ਕਿਸੇ ਨੂੰ ਨਾ ਪ੍ਰਾਪਤ ਹੋਈ। ਭਗਵਾਨ ਰਾਮਚੰਦਰ ਜੀ ਨੇ ਮਿੰਟ ਹੀ ਲਾਇਆ। ਸਤਿਗੁਰੂ ਜੀ ਨੇ ਵਚਨ ਅੰਕਿਤ ਕੀਤੇ ਹੋਏ ਹਨ। ਉਸੇ ਵਕਤ ਜਿਹੜਾ ਸੀ ਇਹ ਧਨੁਸ਼ ਦੇ ਆ ਭਗਵਾਨ ਰਾਮਚੰਦਰ ਜੀ ਆਪ ਹੀ ਵਿਸ਼ਨੂੰ ਦਾ ਅਵਤਾਰ ਉੱਥੇ ਹੋ ਜੇ ਜਿਹੜੇ ਧਨੁਸ਼ ਚਲੇ ਚੜ੍ਹਨ ਤੋਂ ਕਿਵੇਂ ਰੁਕ ਸਕਦੇ ਹਨ। ਬਾ ਪਤਾ ਹੀ ਲੱਗਿਆ ਵੀ ਕਿਹੜੇ ਵੇਲੇ ਚਿੱਲਾ ਚੜ੍ਹਦਾ। ਬੜੇ ਕੌਤਕ ਭਗਵਾਨ ਰਾਮਚੰਦਰ ਜੀ ਨੇ ਅਯੁੱਧਿਆਪੁਰੀ ਦੇ ਵਿੱਚ ਰਹਿੰਦਿਆਂ ਹੋਇਆਂ ਵਰਤਾਉਣੇ ਕੀਤੇ। ਪਰ ਜਦੋਂ ਮਹਾਰਾਜਾ ਦਸ਼ਰਥ ਨੇ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਰਾਜ ਤਿਲਕ ਦੇਣ ਵਾਸਤੇ ਕੀਤੀ ਤਿਆਰੀ, ਉਸ ਸਮੇਂ ਜਿਹੜੀ ਇਹਦੀ ਮਹਾਰਾਣੀ ਕੈਕਈ ਉਹਨੇ ਪਹਿਲਾਂ ਹੀ ਇਹਦੇ ਕੋਲੋਂ ਇੱਕ ਐਸਾ ਵਰ ਪ੍ਰਾਪਤ ਕੀਤਾ ਹੋਇਆ ਸੀ। ਕਹਿ ਲੱਗੀ ਹੈ ਜਿਹੜਾ ਰਾਜ ਤਿਲਕ ਦਾ ਮੇਰੇ ਪੁੱਤਰ ਨੂੰ ਮਿਲਣਾ ਚਾਹੀਦਾ ਹੈ ਭਰਤ ਨੂੰ। ਪਰ ਭਗਵਾਨ ਰਾਮਚੰਦਰ ਜੀ ਨੇ ਰਾਜ ਭਾਗ ਦੀ ਕੋਈ ਵੀ ਪਰਵਾਹ ਨਹੀਂ ਕੀਤੀ। ਰੋਈਆਂ ਬਿਆਵਾਨਾਂ 'ਚ ਜਾ ਕਰਕੇ ਉੱਥੇ ਫਿਰ ਕੁਟੀਆ ਦੇ ਵਿੱਚ ਹੀ ਆਪਣਾ ਸਮਾਂ ਬਤੀਤ ਕੀਤਾ ਸੀ। ਜਿਹੜੀ ਹੈ ਉਹ ਅਯੁੱਧਿਆਪੁਰੀ ਗੁਰੂ ਬਾਬਾ ਜੀ ਬਚਨ ਕਰਦਿਆਂ ਕਰਦਿਆਂ ਇੱਕ ਛਿੰਦੇ ਵਿੱਚ ਉਸ ਥਾਂ ਤੇ ਪਹੁੰਚ ਗਏ ਹਨ। ਚੌਪਈ ਸਰਤਾ ਪਰ ਬੈਠੇ ਗੁਰ ਪੂਰਨ। ਪੂਰੇ ਗੁਰੂ ਸਤਿਗੁਰੂ ਜੀ ਨੇ ਨਦੀ ਦੇ ਕਿਨਾਰੇ ਤੇ ਜਾ ਕੇ ਆਪਣਾ ਆਸਣ ਲਗਾ ਲਿਆ। ਜਗ ਮਹਿ ਦੰਭ ਕੀਨ ਜਿਨ ਚੂਰਨ। ਵਾੜਾ ਸਤਿਗੁਰੂ ਜੀ ਨੇ ਤਾਂ ਦੁਨੀਆ ਦੇ ਵਿੱਚੋਂ ਵੱਡੇ ਵੱਡੇ ਤੀਰਥਾਂ ਤੇ ਜਾ ਕੇ ਜਿਹੜੇ ਦੰਭ ਪਖੰਡ ਇਹਨਾਂ ਦਾ ਵੀ ਮਨੋ ਸਮਝ ਲਓ ਜਿਵੇਂ ਚੂਰਾ ਹੀ ਕਰ ਦਿੱਤਾ। ਸੁਨ ਸ੍ਰੀ ਨਾਨਕ ਨਾਮ ਕਿਰਪਾਲਾ। ਵਾੜਾ ਜਿਆਦਾ ਅਯੁੱਧਿਆਪੁਰੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਦੀ ਖਬਰ ਵੱਡੇ ਵੱਡੇ ਵਿਦਵਾਨਾਂ ਔਰ ਸੰਸਕ੍ਰਿਤ ਪੜ੍ਹੇ ਹੋਏ ਪੰਡਤਾਂ ਨੂੰ ਪਤਾ ਲੱਗ ਗਿਆ। ਔਰਤੀ ਨਰ ਆਈ ਤਤਕਾਲਾ। ਉਸੇ ਟਾਈਮ ਤੇ ਬੜੇ ਜਿਹੜੇ ਪਬਲਿਕ ਦੇ ਲੋਕ
ਉਹ ਜੁੱਧਿਆਪੁਰੀ ਚੋਂ ਚੱਲ ਕੇ ਗੁਰੂ ਬਾਬਾ ਜੀ ਦਾ ਦਰਸ਼ਨ ਕਰਨ ਦੇ ਲਈ ਹਾਜ਼ਰ ਹੋ ਗਏ। ਹੋਤੇ ਜਹਾਂ ਬੇਦੀ ਕੁਲ ਦੀਪਾ, ਜਿਸ ਥਾਂ ਦੇ ਬੈਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ ਜੀ ਕਾਂਤ ਦੇ ਵਿੱਚ ਹੀ ਹਮੇਸ਼ਾ ਵਾਸਤੇ ਆਪਣੇ ਜਿਹੜੇ ਆਸਣ ਲਗਾਇਆ ਕਰਦੇ ਸੀ। ਬੈਠੇ ਪੰਡਿਤ ਆਨ ਸਮੀਪਾ, ਜਦੋਂ ਬਹੁਤ ਵੱਡੇ ਵੱਡੇ ਭਾਰੇ ਸੰਸਕ੍ਰਿਤ ਦੇ ਵਿਦਵਾਨ ਪੰਡਿਤ ਗੁਰੂ ਬਾਬਾ ਜੀ ਦੇ ਨੇੜੇ ਆ ਕੇ ਬਹਿ ਗਏ। ਬੰਧਨ ਕਰਹਿ ਭਾਉ ਔਰ ਧਰ ਕੇ, ਪਹਿਲਾਂ ਤਾਂ ਇਹਨਾਂ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਬਾਬਾ ਜੀ ਦੇ ਚਰਨਾਂ ਤੇ ਨੱਥਾ ਟੇਕਿਆ ਹੈ। ਹਰਖ ਹੈ ਸੁੰਦਰ ਰੂਪ ਨਿਹਰਕ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੀਤਾ ਨਾ ਦਰਸ਼ਨ, ਬੜੀਆਂ ਖੁਸ਼ੀਆਂ ਵਿਦਵਾਨਾਂ ਪੰਡਤਾਂ ਦੇ ਮਨ ਦੇ ਵਿੱਚ ਪੈਦਾ ਹੋ ਗਈਆਂ। ਭਈ ਸਮੀਪ ਭੋਰ ਜਬ ਪੀਰਾ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖ ਲਿਆ ਵੀ ਇੱਕ ਪਾਸੇ ਪੜ੍ਹੇ ਲਿਖੇ ਸਿਆਣੇ ਤੇਜ ਬੁੱਧੀ ਨੂੰ ਧਾਰਨ ਕਰਨ ਵਾਲੇ ਮਾਨ ਵਿਦਵਾਨ ਪੰਡਤ ਉਹ ਵੀ ਆ ਗਏ, ਹੋਰ ਵੀ ਚਾਰੇ ਵਰਨਾਂ ਦੇ ਲੋਕ ਜਿਨ੍ਹਾਂ ਨੂੰ ਲੱਗਿਆ ਪਤਾ ਮਹਾਰਾਜ ਦਾ ਦਰਸ਼ਨ ਕਰਨ ਦੇ ਲਈ ਸ਼ਹਿਰ ਦੇ ਵਿੱਚੋਂ ਪਹੁੰਚਣੇ ਸ਼ੁਰੂ ਹੋ ਗਏ ਸਨ। ਬੋਲੇ ਸਭ ਸੋਂ ਗੁਣੀ ਗਹੀਰਾ, ਗੁਣੀ ਕੀਰਾ ਗੁਣਾਂ ਦੇ ਸਾਗਰ ਗੁਰੂ ਬਾਬਾ ਜੀ ਨੇ ਉਸ ਸਮੇਂ ਐਸੇ ਅੰਮ੍ਰਿਤ ਦੇ ਸਮਾਨ ਮਿੱਠੇ ਕੋਮਲ ਬਚਨ ਕੀਤੇ। ਰਾਮ ਗਈ ਲੇਕਰ ਸੰਗ ਨਗਰੀ, ਉਸ ਸਮੇਂ ਇਹ ਜਿਹੜਾ ਸਵਾਲ ਵਿਦਵਾਨ ਪੰਡਤਾਂ ਨੇ ਗੁਰੂ ਬਾਬਾ ਜੀ ਦੇ ਪਾਸ ਪਾਇਆ। ਸੱਚੇ ਪਾਤਸ਼ਾਹ ਜਿਹੜੀ ਜੁੱਧਿਆਪੁਰੀ ਇਹ 2 ਦਫਾ ਬੈਕੁੰਠਾਂ ਨੂੰ ਜਾ ਚੁੱਕੀ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਜੇ ਬੈਕੁੰਠਾਂ ਨੂੰ ਗਈਆ ਘਰ-ਬਾਰ ਔਰ ਬੜੇ ਜਿਹੜੇ ਪ੍ਰਾਣੀ ਹੁਣ ਵੀ ਇੱਥੇ ਤੁਹਾਡੇ ਸਾਹਮਣੇ ਇਹ ਕਾਹਦੇ ਵਾਸਤੇ ਨਜ਼ਰ ਆ ਰਹੇ ਨੇ? ਜੇ ਤੁਸੀਂ ਕਹਿੰਦੇ ਵੀ 2 ਦਫਾ ਇਹ ਜਿਹੜੀ ਅਯੁੱਧਿਆਪੁਰੀ ਬੈਕੁੰਠਾਂ ਨੂੰ ਚਲੀ ਗਈ ਹੈ। ਨੀਚ ਊਚ ਨਰ ਨਾਰੀ ਸਗਰੀ, ਉਸ ਸਮੇਂ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੋ ਵੀ ਉਸ ਟਾਈਮ ਤੇ ਰਹਿਣ ਵਾਲੇ ਪ੍ਰਾਣੀ ਕੋਈ ਵੀ ਹੈ, ਊਚ ਹੈ ਚਾਹੇ ਨੀਚ ਹੈ, ਸਾਰਿਆਂ ਨੂੰ ਭਗਵਾਨ ਰਾਮਚੰਦਰ ਜੀ ਆਪਣੇ ਨਾਲ ਹੀ ਬੈਕੁੰਠਾਂ ਨੂੰ ਲੈ ਕਰਕੇ ਚਲੇ ਗਏ ਸੀ। ਦੋਹਰਾ ਇਹ ਆਈ ਕਹਿਤੀ ਅਬ ਹੈ ਦੀਸਤ ਉੱਚੇ ਧਾਮ, ਸਤਿਗੁਰੂ ਜੀ ਕਹਿਣ ਲੱਗੇ ਵੀ ਆ ਵੱਡੇ ਵੱਡੇ ਮੁਨਾਰੇ ਮਹਿਲ ਮਾਰੀ ਇਹ ਕਿੱਥੋਂ ਜਲ ਕੇ ਆ ਗਈਆਂ? ਜੇ ਤੁਸੀਂ ਕਹਿੰਦੇ ਵੀ ਤਾਂ 2 ਦਫਾ ਬੈਕੁੰਠਾਂ ਨੂੰ ਜਾ ਚੁੱਕੀ ਹੈ। ਧੰਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਜਦੋਂ ਸਮੇਂ ਸ਼ਿਕਾਰ ਖੇਡ ਕੇ ਆਏ ਵਾਪਸ, ਉਸ ਸਮੇਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਭਰਾ ਜੀ ਆ ਬੇਜਵਾਨ ਜਾਨਵਰਾਂ ਪੰਛੀਆਂ ਨੂੰ ਮਾਰ ਕੇ ਲਿਆਂਦਾ ਇਹਦਾ ਤੁਹਾਨੂੰ ਦੇ ਲਓ, ਫਿਰ ਲੇਖਾ ਜੋਖਾ ਦੇਣਾ ਪਊਗਾ ਪਰਮਾਤਮਾ ਦੀ ਦਰਗਾਹ 'ਚ। ਬਾਬਾ ਲਖਮੀ ਦਾਸ ਕਹਿਣ ਲੱਗੇ ਭਰਾਤਾ ਜੀ ਅਸੀਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਆ, ਸਾਡੇ ਕੋਲੋਂ ਕਿਹੜਾ ਕੋਈ ਇਹੋ ਜਿਹਾ ਲੇਖਾ ਜੋਖਾ ਮੰਗ ਸਕਦਾ ਹੈ। ਕਹਿਣ ਲੱਗੇ ਵੀ ਉੱਥੇ ਤਾਂ ਕੋਈ ਵੀ ਕਿਸੇ ਦੀ ਲਿਹਾਜ਼ ਨਹੀਂ ਨਾ ਕੀਤੀ ਜਾਂਦੀ। ਸੁਣ ਕਰਕੇ ਬਾਬਾ ਲਖਮੀ ਦਾਸ ਜੀ ਨੇ ਕੈਸੀ ਲੀਲਾ ਵਰਤਾਈ। ਕਹਿਣ ਲੱਗੇ ਚੰਗਾ ਫਿਰ ਅਗਰ ਇਹਨਾਂ ਮਰੇ ਹੋਏ ਜਾਨਵਰ ਪੰਛੀਆਂ ਦਾ ਕੋਈ ਹਿਸਾਬ ਕਿਤਾਬ ਦੇਣਾ ਪਏਗਾ, ਅਸੀਂ ਤਾਂ ਹੁਣ ਹੀ ਬਸ ਜਾ ਕਰਕੇ ਸੱਚਖੰਡ ਦੇ ਵਿੱਚ ਸਾਰੇ ਲੇਖੇ ਜੋਖੇ ਮੁਕਾ ਦੇਣੇ ਹਨ। ਉਸੇ ਵਕਤ ਬਾਬਾ ਲਖਮੀ ਦਾਸ ਜੀ ਆਪਾਂ ਜਾਣਦੇ ਹਾਂ ਵੀ ਜੋ ਉਹਨਾਂ ਦੇ ਘਰੋਂ ਮਾਤਾ ਜੀ ਧਰਮ ਸੁਪਤਨੀ ਸਣੇ ਸਾਹਿਬਜ਼ਾਦੇ ਕੋਲੇ 'ਤੇ ਹੋ ਕੇ ਸਵਾਰ ਸੱਚਖੰਡ ਨੂੰ
ਉਡਾਰੀ ਮਾਰਤੀ। ਪਰ ਉਧਰੋਂ ਵਾਵਾ ਸ੍ਰੀ ਚੰਦ ਜੀ ਉਹਨਾਂ ਨੇ ਦੇਖਿਆ ਵੀ ਇਹ ਤਾਂ ਆਪਣੇ ਸਾਹਿਬਜ਼ਾਦੇ ਨੂੰ ਵੀ ਨਾਲ ਹੀ ਸੱਚਖੰਡ ਨੂੰ ਲੈ ਕੇ ਤੁਰ ਪਿਆ ਨੇ। ਆਉਂਦਾ ਫਿਰ ਸਤਿਗੁਰੂ ਜੀ ਦੀ ਜਿਹੜੀ ਹੈ ਬਿੰਦੀ ਬੰਸਾਵਲੀ ਕੁੱਲ ਦੁਨੀਆ ਦੇ ਵਿੱਚ ਕਿਵੇਂ ਰਹੂ। ਉਸ ਸਮੇਂ ਬਾਬਾ ਸ੍ਰੀ ਚੰਦ ਜੀ ਨੇ 4 ਯੋਜਨ ਕਹਿੰਦੇ ਆਪਣੀ ਲੰਮੀ ਬਾਹ ਕਰਕੇ ਬਾਬਾ ਧਰਮਚੰਦ ਜੀ ਨੂੰ ਥੱਲੇ ਲਾਇਆ, ਜਿਸ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਅੰਸ਼ ਵੰਸ਼ ਹੁਣ ਤੱਕ ਉਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਚਲੀ ਆਉਂਦੀ ਹੈ। ਉਸ ਸਮੇਂ ਇਹਨਾਂ ਨੇ ਵੀ ਬੇਨਤੀ ਕੀਤੀ, ਕਹਿਣ ਲੱਗੇ ਵੀ ਆ ਜਿਹੜੀ ਜੋਧਿਆ ਨਗਰੀ 2 ਵਾਰੀ ਬੈਕੁੰਠਾ ਨੂੰ ਚਲੀ ਗਈ। ਸਤਿਗੁਰੂ ਜੀ ਕਹਿਣ ਲੱਗੇ ਆ ਫਿਰ ਮਹਿਲ ਮਾੜੀਆਂ ਪਾਈਏ ਕਿੱਥੋਂ ਚੱਲ ਕੇ ਆ ਗਈਆਂ ਹਨ। ਸੁਨ ਪੰਡਤ ਸਭ ਕਹਿਤ ਭਈ ਜੀ ਲਈ ਸੰਗਰਾਮ। ਉਸ ਸਮੇਂ ਬ੍ਰਾਹਮਣਾ ਵਿਦਵਾਨਾਂ ਪੰਡਤਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਜਿਹੜੇ ਵੀ ਉਸ ਟਾਈਮ 'ਤੇ ਪ੍ਰਾਣੀ ਪੈਦਾ ਹੋਏ ਸੀ ਅਯੁੱਧਿਆਪੁਰੀ ਦੇ ਵਿੱਚ, ਉਹਨਾਂ ਸਾਰਿਆਂ ਨੂੰ ਹੀ ਭਗਵਾਨ ਰਾਮਚੰਦਰ ਜੀ ਆਪਣੇ ਨਾਲ ਹੀ ਲੈ ਗਏ ਬੈਕੁੰਠਾਂ ਦੇ ਵਿੱਚ। ਚੌਪਈ ਮੰਦਰ ਸਭ ਧਰਨੀ ਪਰ ਰਹੀ। ਹੁਣ ਜਿਹੜੀਆਂ ਮਹਿਲ ਮਾੜੀਆਂ ਲੋਕਾਂ ਦੇ ਘਰੇ ਤਾਂ ਉਸੇ ਤਰ੍ਹਾਂ ਹੀ ਹੁਣ ਧਰਤੀ ਦੇ ਉੱਪਰ ਸਾਹਮਣੇ ਖੜੇ ਦਿਸ ਰਹੇ ਹਨ। ਗਏ ਬੈਕੁੰਠ ਜੀਵ ਜੇ ਅਹੀ। ਜੀਵ ਜੇ ਅਹੇ ਜਿਹੜੇ ਸੀ ਉਸ ਟਾਈਮ 'ਤੇ ਜਨਮ ਧਾਰਨ ਕਰਨ ਵਾਲੇ ਪ੍ਰਾਣੀ, ਚਾਹੇ ਕੋਈ ਊਚ ਹੈ ਨੀਚ ਹੈ, ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ, ਸਾਰੇ ਜੀਵਾਂ ਨੂੰ ਭਗਵਾਨ ਜੀ ਆਪਣੇ ਨਾਲ ਹੀ ਬੈਕੁੰਠਾਂ ਨੂੰ ਲੈ ਗਏ ਸੀ। ਸ਼੍ਰੀ ਨਾਨਕ ਪੁਨ ਬੈਨ ਉਚਾਰੀ। ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਣ ਕਰਕੇ ਫਿਰ ਉਹਨਾਂ ਮਹਾਨ ਵਿਦਵਾਨ ਪੰਡਤਾਂ ਨੂੰ ਆਪਣੇ ਵੱਲੋਂ ਕਹਿਣ ਲੱਗੇ ਸਨ। ਗਏ ਬੈਕੁੰਠ ਸੋ ਦਰਸ਼ ਨਿਹਾਰੀ। ਕਹਿ ਲੱਗੇ ਇਹ ਪੰਡਤ ਲੋਗੋ ਜੋ ਵੀ ਉਸ ਟਾਈਮ 'ਤੇ ਜਨਮ ਧਾਰਨ ਕਰਨ ਵਾਲੇ ਪ੍ਰਾਣੀ, ਉਹ ਫਿਰ ਭਗਵਾਨ ਰਾਮਚੰਦਰ ਜੀ ਦਾ ਦਰਸ਼ਨ ਕਰਕੇ ਹੀ ਬੈਕੁੰਠਾਂ ਨੂੰ ਚਲੇ ਗਏ ਨਾ, ਜੋ ਵੀ ਇਸ ਨਗਰ ਦੇ ਵਿੱਚ ਪੈਦਾ ਹੋਇਆ। ਅਬ ਤੁਮ ਤਿਹ ਕੋ ਸਿਮਰੋ ਨਾਮੋ। ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਸਾਰੀ ਦੁਨੀਆ ਹੀ ਬੈਕੁੰਠਾਂ ਨੂੰ ਜਾ ਸਕਦੀ ਹੈ। ਸੁਣ ਕਰਕੇ ਉਹਨਾਂ ਨੇ ਫੇਰ ਬੇਨਤੀ ਕੀਤੀ, ਮਹਾਰਾਜ ਇਹ ਕੈਸੇ ਹੋ ਜੂ। ਸਤਿਗੁਰੂ ਜੀ ਕਹਿਣ ਲੱਗੇ ਉਹ ਵੀ ਭਗਵਾਨ ਜੀ ਦਾ ਨਾਮ ਜਪਦਿਆਂ ਜਪਦਿਆਂ ਉਹਨਾਂ ਦੇ ਨਾਲ ਗਏ। ਹੁਣ ਵੀ ਜਿਹੜਾ ਕੋਈ ਵਾਹਿਗੁਰੂ ਦੀ ਖੁਦਾ ਦੀ ਬੰਦਗੀ ਕਰੇ, ਸਿਮਰਨ ਕਰੇ, ਹੁਣ ਵੀ ਸਾਰੀ ਦੁਨੀਆ ਦੇ ਲੋਕ ਸੱਚਖੰਡ ਦੇ ਵਿੱਚ ਪਹੁੰਚ ਸਕਦੇ ਹਨ। ਹੋਏ ਤੁਮਾਰੋ ਬੈਕੁੰਠ ਤਾਮੋ। ਤੁਸੀਂ ਵੀ ਚਾਹੋ ਅਗਰ ਬੈਕੁੰਠਾਂ ਦੀ ਪ੍ਰਾਪਤੀ ਹੋ ਜਾਏ, ਤੁਹਾਨੂੰ ਵੀ ਇਹ ਪ੍ਰਾਪਤੀ ਹੋ ਸਕਦੀ ਹੈ। ਗੁਰ ਸੋ ਮਿਲ ਭਗਤੀ ਉਰ ਧਾਰੋ। ਗੁਰ ਸੋ ਮਿਲ ਭਗਤੀ ਉਰ ਧਾਰੋ, ਵੀ ਜਿਨ੍ਹਾਂ ਨੇ ਆਪਣੇ ਗੁਰੂ ਔਰ ਮੁਰਸ਼ਿਦ ਦੇ ਨਾਲ ਮਿਲ ਕਰਕੇ ਉਹਨਾਂ ਦਾ ਉਪਦੇਸ਼ ਕਮਾਉਂਦਿਆਂ ਪਰਮਾਤਮਾ ਦੀ ਪ੍ਰੇਮਾ ਭਗਤੀ ਆਪਣੇ ਅੰਦਰ ਧਾਰਨ ਕਰ ਲਈ ਹੈ। ਧਿਆਨ ਕਰੋ ਬੰਧਨ ਛੁਟਕਾਰੋ। ਅਗਰ ਪਰਮਾਤਮਾ ਦਾ ਕਰੋਗੇ ਧਿਆਨ, ਤੁਹਾਡੇ ਵੀ ਸਾਰੇ ਆ ਜਿਹੜੇ ਜਨਮ ਮਰਨ ਦੇ ਬੰਧਨ ਹੀ ਕੱਟੇ ਜਾਣੇ ਹਨ। ਸਤਿਗੁਰ ਦਰਸ਼ ਸਫਲ ਸੁਖਦਾਈ। ਸਤਿਗੁਰਾਂ ਦਾ ਤਾਂ ਦਰਸ਼ਨ ਹੀ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੋਇਆ ਕਰਦਾ ਹੈ। ਜਪੋ ਨਾਮ ਹਵੈ ਅੰਤ ਸਹਾਈ। ਜੈ ਪ੍ਰਭੂ ਦਾ ਕਰੋਗੇ ਸਿਮਰਨ, ਜਨ ਨਾਨਕ ਐਸਾਰ ਸੇਵਿਆ, ਅੰਤ ਲੈ ਛਡਾਇਆ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਹੁਆ ਨਾਮ ਤੇਰਾ ਸੰਗ ਸਹਾਈ। ਜੈ ਮਾਂ ਪਿਆਨ ਦੂਤ ਜਮ ਦਲੈ,
ਤੈ ਕੇਵਲ ਨਾਮ ਸੰਗ ਤੇਰੇ ਚਲੈ ਜ਼ੈ ਮੁਸਕਲੋ ਵੈ ਤੁਪਾਰੀ ਹਰ ਕੋ ਨਾਮ ਕਿਨ ਮੈਂ ਉਧਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਘਨੇਰੇ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿੱਥੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਾ ਮਾਂ ਨਾ ਪਿਓ ਨਾ ਕੋਈ ਭੈਣ ਨਾ ਭਰਾ ਨਹੀਂ ਜਾ ਸਕਦਾ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਉੱਥੇ ਕਿਹਨੇ ਜਾਣਾ? ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਾਨੋ ਨਾਮ ਤੇਰਾ ਸੰਗ ਸਾਈ। ਵੀ ਪਰਮਾਤਮਾ ਦਾ ਨਾਮ ਤਾਂ ਪ੍ਰਾਣੀ ਦੇ ਨਾਲ ਦੋਵੇਂ ਲੋਕਾਂ ਦੇ ਵਿੱਚ ਹੀ ਰਹਿਣ ਵਾਲਾ ਹੈ। ਗੁਰਮੁਖ ਹੋਵੋ ਤਜੋ ਵਿਕਾਰਾ। ਜਦੋਂ ਗੁਰਮੁਖ ਬਣ ਕੇ ਆਪਣੇ ਮਨ ਦੇ ਵਿੱਚੋਂ ਸਾਰੇ ਵਿਸ਼ੇ ਵਿਕਾਰਾਂ ਦਾ ਤਿਆਗ ਕਰ ਦੇਣਾ। ਆਪ ਧਰੋ ਕਰ ਪਿਤਰ ਉਧਾਰਾ। ਔਰ ਤੁਹਾਡੀ ਤਾਂ ਕਲਿਆਣ ਸੁਤੈ ਸਿਧ ਹੋ ਜੂ। ਅਗਰ ਜੇ ਚਾਹੋਗੇ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਇ ਉਧਾਰੋ ਸੋ ਹਰ ਹਰ ਤੁਮ ਸਾਧੀ ਜਾਪੋ ਜਾ ਕਾ ਅੰਤ ਨ ਪਾਰੋ ਭਗਤ ਜਨਾ ਕੇ ਇੱਕ ਹੀ ਕੁਲ ਉਧਾਰੇ। 21 ਕੁਲਾਂ ਉਹਨਾਂ ਭਗਤਾਂ ਦੀਆਂ ਤਰ ਸਕਦੀਆਂ ਨੇ ਵੀ ਜਿਨ੍ਹਾਂ ਨੇ ਕਮਾਈ ਕਰਦਿਆਂ ਆਪਣੇ ਮਾਲਕ ਸੁਆਮੀ ਦੇ ਵਿੱਚ ਅਭੇਦਤਾ ਹਾਸਲ ਕਰ ਲਈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਜੇ ਤੁਸੀਂ ਚਾਹੋ ਨਾ ਬੰਦਗੀ ਕਰਦਿਆਂ ਆ ਤੁਹਾਡੇ ਪਿੱਤਰਾਂ ਦੀ ਵੀ ਕਲਿਆਣ ਹੋ ਸਕਦੀ ਹੈ। ਦੋਹਰਾ ਸੁਨ ਪੰਡਿਤ ਬੂਝਨ ਕੀਓ ਗੁਰ ਕਿਤਕ ਪ੍ਰਕਾਰ। ਉਹ ਸਮੇਂ ਫਿਰ ਜਿਹੜਾ ਸੀ ਮਹਾਨ ਵਿਦਵਾਨ ਪੰਡਿਤ ਚੱਲ ਕੇ ਆਏ, ਉਹਨਾਂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜਾ ਜਿਹੜੇ ਗੁਰੂ ਜਿਹੜੇ ਮੁਰਸ਼ਿਦ ਕਿਤਨੇ ਪ੍ਰਕਾਰ ਦੇ ਹੋਇਆ ਕਰਦੇ ਹਨ, ਸਾਨੂੰ ਚੰਗੀ ਤਰ੍ਹਾਂ ਸਮਝਾ ਦਿਓ। ਉੱਤਰ ਦੀਨੀ ਹੀਤ ਤਬ ਬੋਲੇ ਗੁਰੂ ਉਦਾਰ। ਇਹਨਾਂ ਦੇ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਫਿਰ ਗੁਰੂ ਬਾਬਾ ਜੀ ਨੇ ਐਸੇ ਬਚਨ ਉਚਾਰਨ ਕੀਤੇ। ਚੌਪਈ ਇੱਕ ਪੰਡਿਤ ਗੁਰ ਇੱਕ ਅਵਧੂਤਾ। ਸਤਿਗੁਰੂ ਜੀ ਕਹਿਣ ਲੱਗੇ ਵੀ ਪਹਿਲੇ ਨੰਬਰ ਤੇ ਤਾਂ ਇੱਕ ਪੰਡਿਤ ਗੁਰੂ ਤੇ ਦੂਜੇ ਨੰਬਰ ਤੇ ਜਿਹੜੇ ਅਵਧੂਤ ਬਿਰਤੀ ਨੂੰ ਧਾਰਨ ਕਰਨ ਵਾਲੇ ਗੁਰੂ ਹੋਇਆ ਕਰਦੇ ਹਨ। ਮਹਾਂਪੁਰਖ ਇੱਕ ਜੇ ਮਤ ਪੋਤਾ। ਇੱਕ ਇਹੋ ਜਿਹੇ ਮਹਾਂਪੁਰਖ ਜਿਨ੍ਹਾਂ ਦੀ ਮਤ ਬਿਲਕੁਲ ਪਵਿੱਤਰ ਉਜਲ ਹੋ ਚੁੱਕੀ ਹੈ, ਜਿਹੜੇ ਤਰਕਾਲ ਦਰਸ਼ੀ ਬਣ ਚੁੱਕੇ ਹਨ, ਸਾਧਨਾ ਸੰਪੰਨ ਹੋ ਕਰਕੇ ਲਖਿਆਨ ਸੁਨੋ ਭਿੰਨ ਮਨ ਹੋ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ ਵੀ 3 ਪ੍ਰਕਾਰ ਦੇ ਜਿਹੜੇ ਗੁਰੂ ਹੋਇਆ ਕਰਦੇ ਨੇ। ਪਹਿਲੇ ਨੰਬਰ ਤੇ ਪੰਡਤ ਹੈ, ਦੂਜੇ ਨੰਬਰ ਤੇ ਅਵਧੂਤ, ਤੀਜੇ ਨੰਬਰ ਤੇ ਮਹਾਨ ਪਰਉਪਕਾਰੀ ਰੱਬ ਦੇ ਪਿਆਰੇ ਪੂਰਨ ਮਹਾਂਪੁਰਖ। ਉਹ ਕਿਹੜੇ? ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੌਰ ਨਾਨਕ ਪਰੰਪੈ ਮਿਟ ਗਏ ਰਮਣ ਰਾਮ ਭਰਪੂਰ। ਜਿਨ੍ਹਾਂ ਨੂੰ ਕਾਰਕ ਮਹਾਂਪੁਰਖ ਵੀ ਕਹਿ ਦਿੰਦੇ ਆ। 6 ਪ੍ਰਕਾਰ ਦੇ ਜਿਹੜੇ ਅਵਤਾਰ ਮੰਨੇ ਜਾਂਦੇ ਹਨ, ਸਾਰਿਆਂ ਨਾਲੋਂ ਵੱਡੇ ਨੇ ਕਾਰਕ। ਉਹਨਾਂ ਦੇ ਪ੍ਰਥਾਈ ਮਹਾਰਾਜ ਨੇ ਬਚਨ ਕੀਤੇ ਹੋਏ ਹਨ। ਸਾਧ ਪਠਾਏ ਆਪ ਹਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪ ਹੀ ਜੀਵਾਂ ਦੇ ਭਲੇ ਵਾਸਤੇ ਆ ਮਾਤਰੋ ਦੀ ਧਰਤੀ ਦੇ ਉੱਪਰ ਭੇਜਿਆ ਕਰਦਾ। ਹੋਰ ਕੋਈ ਉਹਨਾਂ ਦਾ ਇੱਥੇ ਆਉਣ ਦਾ
ਮਕਸਦ ਨਹੀਂ ਹੋਇਆ ਕਰਦਾ। ਜਿਹੜਾ ਹੁਣ ਆਮ ਪ੍ਰਾਣੀ ਇਹ ਆਪੋ ਆਪਣੇ ਕਰਮਾਂ ਦਾ ਜਿਹੜਾ ਫਲ ਭੋਗਣ ਵਾਸਤੇ ਪੈਦਾ ਹੋਇਆ ਕਰਦੇ ਹਨ। ਸਾਂਝੀ ਮਹਾਰਾਜ ਵੀ ਬੜੇ ਹੋ ਜਾਏ ਪ੍ਰਮਾਣ ਉਦਾਹਰਨਾਂ ਦੇ ਕਰਕੇ ਸਮਝਾਇਆ ਕਰਦੇ। ਜਿਵੇਂ ਜੇਲ੍ਹ ਦੇ ਵਿੱਚ ਜਿਹੜੇ ਹੁੰਦੇ ਨੇ ਕੈਦੀ, ਉਹਦਾ ਫਿਰ ਆਪੋ ਆਪਣੇ ਗੁਨਾਹ ਔਰ ਆਪੋ ਆਪਣੇ ਅਪਰਾਧ ਦੇ ਮੁਤਾਬਕ ਸਜ਼ਾ ਭੁਗਤਣ ਆਉਂਦੇ ਨੇ ਨਾ। ਜੇਲ੍ਹ ਤਾਂ ਉਹੀ ਹੈ, ਉਹਦੇ ਵਿੱਚ ਦਰੋਗਾ ਵੀ ਜਾਂਦਾ ਹੈ, ਡਾਕਟਰ ਵੀ ਜਾਂਦਾ ਹੈ। ਉਹਦੇ ਲਈ ਕੋਈ ਵੀ ਬੰਦਸ਼ ਨਹੀਂ, ਜਦੋਂ ਮਰਜ਼ੀ ਆਵੇ ਜਾਵੇ। ਡਾਕਟਰ ਤਾਂ ਸਗੋਂ ਉਹਨਾਂ ਕੈਦੀਆਂ ਨੂੰ ਦਵਾਈ ਬੂਟੀ ਦੇਣ ਵਾਸਤੇ ਜ਼ਾਇਆ ਕਰਦੇ ਹਨ। ਉਹਨਾਂ 'ਤੇ ਕੋਈ ਐਸੀ ਬੰਦਸ਼ ਨਹੀਂ ਹੋਇਆ ਕਰਦੀ। ਉਹ ਤਾਂ ਆਜ਼ਾਦ ਨੇ, ਜਦੋਂ ਮਰਜ਼ੀ ਆਉਣ, ਜਦੋਂ ਮਰਜ਼ੀ ਜਾਣ। ਪਰ ਜਿਹੜੇ ਨੇ ਕੈਦੀ ਹੈਗੇ ਤਾਂ ਉਹ ਵੀ ਜੇਲ੍ਹ ਦੇ ਵਿੱਚ, ਪਰ ਉਹਨਾਂ ਨੂੰ ਕੋਈ ਐਸੀ ਸਜ਼ਾ ਭੁਗਤਾਉਣ ਦੇ ਲਈ ਅੰਦਰ ਬੰਦ ਕੀਤਾ ਹੁੰਦਾ ਹੈ। ਇਸੇ ਤਰ੍ਹਾਂ ਤੀਸਰੇ ਨੰਬਰ 'ਤੇ ਇਹੋ ਜਿਹੇ ਜਿਹੜੇ ਕਾਰਕ ਪੁਰਖ ਜੋ ਜੀਵਾਂ ਦੇ ਭਲੇ ਵਾਸਤੇ ਹੀ ਸੰਸਾਰ ਦੇ ਵਿੱਚ ਆਇਆ ਕਰਦੇ ਹਨ। ਜੇ ਪੰਡਿਤ ਤਿਨ ਕੋ ਇਉਂ ਜਾਣੋ। ਪਹਿਲੇ ਨੰਬਰ 'ਤੇ ਗੁਰੂ ਬਾਬਾ ਜੀ ਕਹਿਣ ਲੱਗੇ ਵੀ ਜਿਹੜਾ ਪੰਡਿਤ ਪੜ੍ਹਿਆ ਲਿਖਿਆ ਵਿਦਵਾਨ, ਉਹ ਜਿਹੜਾ ਵੀ ਕੋਈ ਐਸਾ ਕਿਸੇ ਜਗਿਆਸੂ ਨੇ ਪ੍ਰਸ਼ਨ ਕਰਤਾ, ਉਹਦਾ ਜਵਾਬ ਤਾਂ ਦੇ ਦੂਗਾ ਜ਼ਰੂਰ। ਵਿੱਦਿਆ ਦੇ ਬਲ ਦੇ ਨਾਲ ਪ੍ਰਾਣੀਆਂ ਦੇ ਸੰਸ਼ੇ ਵੀ ਉਹਨੇ ਨਿਵਰਤ ਕਰਦੇ ਹਨ। ਉਹਨੂੰ ਤਾਂ ਉਹ ਸਮਝ ਲਓ ਵੀ ਜਿਵੇਂ ਕੋਈ ਅੰਨ ਤਾਰੂ ਬਹੁਤ ਵੱਡੇ ਡੂੰਘੇ ਦਰਿਆ ਦੇ ਕਿਨਾਰੇ 'ਤੇ ਖੜ੍ਹਾ ਹੈ, ਆਪ ਤਾਂ ਉਹਨੂੰ ਤਰਨਾ ਆਉਂਦਾ ਨਹੀਂ, ਦੂਜਿਆਂ ਨੂੰ ਕਹੀ ਜਾਂਦਾ ਵੀ ਤੂੰ ਤਰ ਜਾ, ਪਰਲੇ ਕਿਨਾਰੇ 'ਤੇ ਪਹੁੰਚ ਜਾਏਗਾ। ਆਪ ਉਹਨੂੰ ਤਾਰੀ ਲਾਉਣੀ ਤਾਂ ਆਉਂਦੀ ਨਹੀਂ। ਇਸੇ ਤਰ੍ਹਾਂ ਜਿਹੜੇ ਪੰਡਿਤ, ਉਹਨਾਂ ਨੇ ਅਜੇ ਤੱਕ ਸਾਧਨਾ ਸੰਪੰਨ ਹੋ ਕਰਕੇ ਉਹ ਜਿਹੜਾ ਗਿਆਨ ਤਾਂ ਪ੍ਰਾਪਤ ਨਹੀਂ ਕੀਤਾ। ਵਿੱਦਿਆ ਬੜੀ ਉਹਨਾਂ ਨੇ ਪੜ੍ਹ ਲਈ ਹੈ। ਆਪਣੇ ਜੀਵਨ ਦੇ ਵਿੱਚ ਕੋਈ ਵੀ ਆ ਕੇ ਐਸਾ ਸੰਸਾ ਖੜਾ ਕਰੇ, ਉਹਨਾਂ ਨੇ ਵਿੱਦਿਆ ਦੇ ਬਲ ਦੇ ਨਾਲ ਸ਼ੰਕੇ ਵੀ ਔਰ ਭਰਮ ਵੀ ਜਗਿਆਸੂਆਂ ਦੇ ਜ਼ਰੂਰ ਦੂਰ ਕਰ ਦੇਣੇ ਆ। ਪਰ ਤਰਨਾ ਤਾਂ ਆਉਂਦਾ ਨਹੀਂ। ਇੱਕ ਦੂਜਿਆਂ ਨੂੰ ਕਹੀ ਜਾਂਦਾ ਵੀ ਤੂੰ ਤਰ ਲੈ, ਪਾਰਲੇ ਕਿਨਾਰੇ 'ਤੇ ਪਹੁੰਚ ਜਾਏਗਾ। ਹੁਣ ਜਿਸ ਪ੍ਰਕਾਰ ਗੁਰੂ ਬਾਬਾ ਜੀ ਨੇ ਇਹਨਾਂ ਸਾਰਿਆਂ ਨੂੰ ਬੜੇ ਵਿਸਤਾਰ ਦੇ ਸਹਿਤ ਸਮਝਾਉਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗਿਆ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਅਨ ਤਾਰੂ ਜਿਉ ਬਚਨ ਹਲਾਈ, ਨਦੀ ਪਾਰ ਤਟ ਹੋਤ ਲਖਾਈ। ਅਨ ਤਾਰੂ ਜਿਉ ਬਚਨ ਹਲਾਈ, ਨਦੀ ਪਾਰ ਤਟ ਹੋਤ ਲਖਾਈ। हे जोत है पार ब्रह्मा अविनाशी ਅਗਨਾਸ